ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या धोपै स्वामी, मानस की गत एही। माटी का क्या धोपै स्वामी, मानस की गत एही। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਔਰ ਨਿਵਾਜੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ ਜੋ ਲੜੀਵਾਰ ਵਿਚਾਰ ਅੰਮ੍ਰਿਤਮਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਆਪ ਰਲ ਮਿਲ ਕਰਕੇ ਸਰਵਣ ਕਰ ਰਹੇ ਹੋ। ਸੋ 12 ਅਸ਼ਟਪਦੀਆਂ ਤੱਕ ਸਾਡੀ ਪਿੱਛੇ ਵਿਚਾਰ ਸਤਿਗੁਰਾਂ ਨੇ ਆਪ ਰਹਿਮਤ ਕਰਕੇ ਕਰਵਾਈ ਹੈ। ਅੱਜ 13ਵੀਂ ਅਸ਼ਟਪਦੀ ਦਾ ਸ਼ਲੋਕ ਪ੍ਰਾਰੰਭ ਹੋਣ ਜਾ ਰਿਹਾ ਹੈ। ਆਓ ਗੁਰਬਾਣੀ ਦੇ ਨਾਲ ਵਿਚਾਰ ਦੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਕਰੀਏ। ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸਤਿਗੁਰੂ ਜੀ ਫਰਮਾਉਂਦੇ ਆ, ਜੋ ਸਾਸ ਗਿਰਾਸ ਜਪਣ ਵਾਲੇ ਹਨ ਭਾਈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਤੋ ਗੁਰਮੁਖ ਗੁਰੂ ਮਨ ਭਾਵੈ। ਐਸੇ ਸੰਤ ਭਗਤ ਜੋ ਵਾਹਿਗੁਰੂ ਦੇ ਸਿਮਰਨ ਨਾਲ ਜੁੜੇ ਹੋਏ ਆ, ਕਿਸੇ ਦਾ ਬੁਰਾ ਨਹੀਂ ਚਿਤਵਦੇ, ਸਹਿਜੇ 'ਚ ਪਰਉਪਕਾਰ ਕਰਨਾ ਚਾਹੁੰਦੇ ਆ। ਐਸੇ ਸ਼ਾਂਤ ਆਤਮਕ ਪੁਰਖਾਂ ਦੀ ਸ਼ਰਨ ਜਿਹੜਾ ਵੀ ਜਨ ਪੁਰਖ ਪੈ ਜਾਂਦਾ, ਉਹ ਪੁਰਖ ਸੰਸਾਰ ਤੋਂ ਉਧਰਨ ਵਾਲਾ ਹੈ, ਉਹ ਮੁਕਤ ਹੋ ਜਾਂਦਾ ਹੈ। ਸੰਸਾਰ ਤੋਂ ਜੋ ਸਾਧ ਸੰਤਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਗੁਰੂ ਸਾਹਿਬ ਜੀ ਕਹਿੰਦੇ, ਐਸੇ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਨੀ ਹੈ ਜਿਹੜੀ, ਮੁੜ ਮੁੜ ਕੇ ਉਹ ਅਵਤਾ ਭਾਵ ਬਿਪਤਾ 'ਚ ਹੀ ਪੈਣਾ ਹੋਵੇਗਾ। ਅਵਤਾਰ ਜਨਮ ਧਾਰਦਾ ਰਹੇਗਾ, ਵਾਰ-ਵਾਰ ਜਨਮਾਂ ਵਿੱਚ ਹੀ ਉਤਰਦਾ ਰਹੇਗਾ। ਮਹਾਂਪੁਰਖਾਂ ਤੱਤ ਬੇਤਿਆਂ ਨੇ ਇਹ ਖਿਆਲ ਇਹ ਤੱਤ ਕੱਢੇ ਹਨ ਕਿ ਜਦੋਂ ਜੀਵ ਜਨਮ ਲੈਂਦਾ ਹੈ ਤੇ ਇਤਨਾ ਦਰਦ ਹੁੰਦਾ ਹੈ ਕਿ 10,000 ਬਿੱਛੂ ਇਕੱਠਾ ਡੰਗ ਮਾਰੇ ਜਿਤਨਾ ਦਰਦ ਹੈ, ਉਤਨਾ ਇੱਕ ਵਾਰ ਮਾਂ ਦੇ ਗਰਭ 'ਚੋਂ ਇਸ ਸੰਸਾਰ ਤੱਕ ਆਉਣ ਦੀ ਜੋ ਪੀੜਾ ਹੈ, ਉਹ ਇਤਨੀ ਪੀੜਾ ਹੈ। ਇਸ ਕਰਕੇ ਕਹਿੰਦੇ ਉਹ ਬਿਪਤਾ ਵਿੱਚ ਪੈ ਜਾਂਦਾ ਹੈ ਜੋ ਸੰਤਾਂ ਦੀ ਨਿੰਦਿਆ ਕਰਦਾ ਹੈ। ਬਿਪਤਾ ਵਾਲਾ ਹੀ ਬਣਿਆ ਰਹੇਗਾ, ਬਿਪਤਾ ਦਾ ਵੈਰੀ ਨਹੀਂ ਬਣੇਗਾ। ਐਸਾ ਜਨਮਦਾ ਰਹੇਗਾ, ਬਿਪਤਾ ਦੇ ਮੂੰਹ 'ਚ ਹੀ ਪਿਆ ਰਹੇਗਾ, ਮੁੜ ਮੁੜ ਜਨਮ ਧਾਰਦਾ ਰਹੇਗਾ। ਜਿਵੇਂ ਇੱਕ ਪਾਪੀ ਆਦਮੀ ਸੀ ਜਿਸ ਨੇ 100 ਕਤਲ ਕੀਤੇ ਸੀ ਅਤੇ ਫਿਰ ਸੰਗਤ ਦੇ ਵੱਲ ਨੂੰ ਸਿੱਧਾ ਮੂੰਹ ਕਰਕੇ ਚੱਲਿਆ ਸੀ। ਉਸ ਵਕਤ ਜਿੱਥੇ ਉਸਦੇ ਪ੍ਰਾਣ ਨਿਕਲਦੇ ਰਸਤੇ ਵਿੱਚ 4 ਕੋਹ ਉਥੋਂ ਮਹਾਤਮਾ ਦੀ ਕੁਟੀਆ ਸੀ ਅਤੇ ਜਿੱਥੋਂ ਚੱਲਿਆ ਸੀ ਉਹ ਦੂਰ ਸੀ। ਰਸਤਾ ਨੇੜੇ ਹੋਣ ਕਰਕੇ ਉਹ ਬਖਸ਼ਿਆ ਗਿਆ ਸੀ। ਇਸ ਕਰਕੇ ਸਾਧ ਸੰਗਤ ਜੀ, ਜੋ ਸ਼ਰਨ ਪੈਂਦਾ ਹੈ ਉਹ ਪੁਰਖ ਉਧਰ ਜਾਣ ਵਾਲਾ ਹੈ, ਮੁਕਤ ਹੋ ਜਾਂਦਾ ਹੈ। ਅਤੇ ਜੋ ਸੰਤਾਂ ਭਗਤਾਂ ਦੀ ਨਿੰਦਿਆ ਕਰਦੇ ਹਨ, ਮੁੜ ਮੁੜ ਕੇ ਜਨਮ ਧਾਰਦੇ ਉਹ ਉਤਰਦੇ ਰਹਿੰਦੇ ਸੰਸਾਰ ਵਿੱਚ। ਅੱਗੇ ਇਸ ਸ਼ਲੋਕ ਦੀ ਵਿਆਖਿਆ ਸਤਿਗੁਰੂ ਜੀ ਅਸ਼ਟਪਦੀ ਦੇ ਰਾਹੀਂ ਕਰਦੇ ਹਨ। ਅਸ਼ਟਪਦੀ। ਸੰਤ ਕੈ ਦੁਖਨ ਆਰਜਾ ਘਟੈ, ਜਿਨ੍ਹਾਂ ਵਿੱਚ ਹੋਣ ਸਾਰੇ ਗੁਣ ਹੀ ਗੁਣ, ਸਗਲ ਗੁਣ ਅਵਗੁਣ ਨਾ ਕੋਈ ਹੋਏ, ਨੀਤਾ ਨੀਤਾ ਔਗੁਣ ਹੈ ਹੀ ਨਹੀਂ, ਉਹ ਨਿਤ ਮਹਾਰਾਜ ਦੇ ਪਿਆਰੇ ਹੋਣ। ਐਸੇ ਗੁਣਾਂ ਵਾਲੇ ਪੁਰਖਾਂ ਵਿੱਚ ਔਗਣ ਕੱਢਣੇ, ਅਣਹੋਏ ਦੂਸ਼ਣ ਲਾਉਣੇ,
ਉਹਨਾਂ ਨੂੰ ਜੋ ਉਹਨਾਂ ਦੇ ਔਗਣ ਕੱਢਦਾ ਹੈ ਉਹਦੀ ਉਮਰ ਘਟ ਜਾਂਦੀ ਹੈ। ਯੋਗਾ ਅਭਿਆਸ ਕਰਕੇ ਜਿਵੇਂ ਉਮਰ ਵੱਧ ਜਾਂਦੀ ਹੈ, ਇਉਂ ਸੰਤਾਂ ਦੀ ਨਿੰਦਿਆ ਕਰਨ ਵਾਲਾ ਆਪਣੀ ਉਮਰ ਘਟਾ ਲੈਂਦਾ। ਸੰਤ ਕੈ ਦੂਖਨ ਜਮ ਤੇ ਨਹੀਂ ਛੁਟੈ। ਜਿਹੜਾ ਸੰਤਾਂ ਤੇ ਅਣਹੋਏ ਦੂਸ਼ਣ ਲਾਉਣ ਵਾਲਾ ਹੈ, ਉਹ ਜਮਾਂ ਤੋਂ ਵੀ ਛੁਟਕਾਰਾ ਕਦੇ ਨਹੀਂ ਪਾਉਂਦਾ। ਸੰਤ ਕੈ ਦੂਖਨ ਸੁਖ ਸਭ ਜਾਏ। ਜੋ ਮਹਾਰਾਜ ਦੇ ਪਿਆਰਿਆਂ ਤੇ ਦੂਸ਼ਣ ਲਾਉਂਦਾ ਹੈ, ਉਹਦੇ ਸੁੱਖ ਚਲੇ ਜਾਂਦੇ ਹਨ, ਭਾਵੇਂ ਕਿੰਨਿਆਂ ਸੁੱਖਾਂ ਦਾ ਮਾਲਕ ਹੋਵੇ। ਸੰਤ ਕੈ ਦੂਖਨ ਨਰਕ ਮਹਿ ਪਾਏ। ਜੋ ਮਹਾਂਪੁਰਖਾਂ 'ਚ ਦੋਸ਼ ਕੱਢਦਾ, ਉਹ ਨਰਕ ਵਿੱਚ ਪਾਇਆ ਜਾਂਦਾ ਹੈ। ਸੰਤ ਕੈ ਦੂਖਨ ਮਤ ਹੋਏ ਮਲੀਨ। ਜੋ ਮਹਾਂਪੁਰਖਾਂ ਤੇ ਦੋਸ਼ ਲਾਉਣ ਵਾਲਾ ਹੈ, ਨਿੰਦਿਆ ਕਰਦਾ ਹੈ, ਉਸ ਦੀ ਬੁੱਧ ਅਤਿਅੰਤ ਮਲੀਨ ਮੈਲੀ ਹੋ ਜਾਂਦੀ, ਭਾਵ ਕਬੁੱਧ ਹੋ ਜਾਂਦੀ ਹੈ, ਪਾਪਾਂ ਨਾਲ ਭਰ ਜਾਂਦੀ ਹੈ। ਉਸ ਨੂੰ ਪਾਪ ਹੀ ਪਾਪ ਸੁਝਦੇ ਹਨ, ਪਾਪ ਹੀ ਪਾਪ ਕਰਦਾ ਹੈ। ਸੰਤ ਕੈ ਦੂਖਨ ਸੋਭਾ ਤੇ ਹੀਨ। ਸੰਤਾਂ ਤੇ ਦੂਸ਼ਣ ਲਾਉਣ ਵਾਲੇ ਦੀ ਵਡਿਆਈ ਨਹੀਂ ਰਹਿੰਦੀ, ਸੋਭਾ ਤੋਂ ਹੀਣਾ ਹੋ ਜਾਂਦਾ ਹੈ ਨਿੰਦਕ। ਸੰਤ ਕੇ ਹਤੇ ਕੋ ਰੱਖੈ ਨ ਕੋਇ। ਜੋ ਸੰਤਾਂ ਦਾ ਫਿਟਕਾਰਿਆ ਮਾਰਿਆ ਹੋਇਆ, ਉਹਨੂੰ ਕੋਈ ਵੀ ਰੱਖਣ ਦੇ ਸਮਰੱਥ ਨਹੀਂ। ਜਿਵੇਂ ਅਮਰੀਕ ਦਾ ਬੁਰਾ ਚਿਤਵਿਆ ਸੀ ਦੁਰਬਾਖਾ ਰਿਖੀ ਨੇ, ਸਰਾਪ ਦੇਣ ਲੱਗਾ ਸੀ। ਉਸ ਵੇਲੇ ਸੁਦਰਸ਼ਨ ਚੱਕਰ ਮਹਾਰਾਜ ਦਾ ਭੇਜਿਆ ਰੱਖਿਆ ਵਾਸਤੇ ਸਾਰਿਆਂ ਦੇਵਤਿਆਂ ਕੋਲ ਗਿਆ, ਕਿਸੇ ਵੀ ਦੇਵਤੇ ਨੇ ਉਹਦੀ ਰੱਖਿਆ ਨਹੀਂ ਕੀਤੀ। ਸੁਦਰਸ਼ਨ ਚੱਕਰ ਉਹਦੇ ਪਿੱਛੇ ਉਸ ਨੂੰ ਮਾਰਨ ਵਾਸਤੇ ਆ ਰਿਹਾ ਸੀ। ਅਖੀਰ ਤੇ ਜਦੋਂ ਅਮਰੀਕ ਦੇ ਪੈਰੀਂ ਪਿਆ ਤਾਂ ਮਹਾਰਾਜ ਨੇ ਰੱਖਿਆ ਕੀਤੀ। ਇਸ ਪ੍ਰਕਾਰ ਮਹਾਰਾਜ ਕਹਿੰਦੇ, ਜੋ ਸੰਤਾਂ ਦਾ ਮਾਰਿਆ ਉਸ ਨੂੰ ਕੋਈ ਨਹੀਂ ਰੱਖਦਾ। ਵਿਸ਼ਨੂੰ ਜੀ ਨੇ ਵੀ ਕਿਹਾ ਸੀ ਦੁਰਬਾਖਾ ਨੂੰ ਕਿ ਅਮਰੀਕ ਦੇ ਪੈਰੀਂ ਪਏਗਾ ਤਦ ਬਚੇਗਾ। ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ। ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ। ਸੰਤਾਂ ਦੇ ਦੂਸ਼ਣ ਲਾਉਣ ਵਾਲੇ ਜਿਸ ਥਾਂ ਤੇ ਬਹਿੰਦੇ ਆ, ਉਹ ਥਾਂ ਵੀ ਭ੍ਰਸ਼ਟ ਹੋ ਜਾਂਦਾ ਹੈ, ਵਿਗੜ ਜਾਂਦਾ ਹੈ ਉਹ ਥਾਂ। ਉਹਦਾ ਥਾਂ ਅੰਤःਕਰਨ ਵੀ ਭ੍ਰਿਸ਼ਟ ਹੋ ਜਾਂਦਾ ਹੈ, ਹਿਰਦਾ ਮੈਲਾ ਹੋ ਜਾਂਦਾ, ਉਹ ਹਿਰਦਾ ਵੀ ਅਤਿਅੰਤ ਭ੍ਰਿਸ਼ਟ ਹੋ ਜਾਂਦਾ, ਉਹ ਸਰੀਰ ਵੀ ਭ੍ਰਿਸ਼ਟ ਹੋ ਜਾਂਦਾ ਹੈ। ਸੰਤ ਕਿਰਪਾਲ ਕਿਰਪਾ ਜੇ ਕਰੈ। ਇਹ ਜਿਹੜਾ ਕੱਕੇ ਦੇ ਸਿਹਾਰੀ ਕੱਕੇ ਦੇ ਪੈਰ 'ਚ ਰਾਰਾ ਪੱਪੇ ਨੂੰ ਕੰਨਾ ਆਉਂਦਾ ਨਾ, ਇਸ ਨੂੰ ਅਸੀਂ ਕਿਰਪਾ ਨਹੀਂ ਪੜ੍ਹਨਾ। ਹੈ ਤਾਂ ਬੋਲਣ ਦਾ ਵਾਚਕ ਉਹੀ ਹੈ, ਸਮਝਣ ਦਾ ਵਾਚਕ ਕਿਰਪਾ ਹੀ ਹੈ, ਪਰ ਉਚਾਰਨ ਵਿੱਚ ਇਸ ਨੂੰ ਸਾਂਝਾ ਜਿਹਾ ਬੋਲਣਾ ਕਿਰਪਾ। ਕਿਰਪਾ ਉਹ ਕਿਰਪਾ ਹੈ, ਇਹ ਕਿਰਪਾ। ਸੰਤ ਕਿਰਪਾਲ ਕਿਰਪਾ ਜੇ ਕਰੈ। ਕਹਿੰਦੇ ਸੰਤ ਜਨ ਕਿਰਪਾ ਦੇ ਘਰ ਹਨ, ਜੇ ਕਿਰਪਾ ਦ੍ਰਿਸ਼ਟੀ ਕਰ ਦੇਣ। ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਉਹਨੂੰ ਮਾਫ ਕਰ ਦਿੰਦੇ ਹਨ ਉਸ ਦੀ ਨਿੰਦਿਆ ਨੂੰ। ਸਤਿਗੁਰੂ ਸਾਹਿਬ ਜੀ ਕਹਿੰਦੇ, ਉਹਨਾਂ ਦੀ ਸੰਗਤ ਕਰਕੇ ਨਿੰਦਕ ਵੀ ਤਰ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਸੰਤ ਕੇ ਦੂਖਨ ਤੇ ਮੁਖ ਭਵੈ। ਸੰਤਾਂ ਤੇ ਜਿਹੜੇ ਦੂਸ਼ਣ ਲਾਉਣ ਵਾਲਾ ਹੈ, ਜੋ ਨਿੰਦਿਆ ਕਰਦਾ ਹੈ, ਉਸ ਦਾ ਮੂੰਹ ਭੌਂ ਜਾਂਦਾ ਹੈ। ਸਾਧ ਸੰਗਤ ਜੀ, ਭੂੰਡ ਵਾਂਗੂ ਭਿਉਂ ਭਿਉਂ ਕਰਦਾ ਰਹਿੰਦਾ ਹੈ ਤੇ ਬੇਮੁਖ ਹੋ ਜਾਂਦਾ ਹੈ ਪਰਮੇਸ਼ਰ ਤੋਂ। ਸੰਤਨ ਕੈ ਦੂਖਨ ਕਾਗ ਜਿਉ ਲਵੈ। ਸਤਿਗੁਰੂ ਜੀ ਫਰਮਾਉਂਦੇ ਸੰਤ ਦੇ ਦੁਖੀ ਬਾਬਤ ਕਿ ਉਹ ਜਿਵੇਂ ਕਾਂ ਬਿਰਲਾਉਂਦਾ ਹੈ, ਬੋਲਦਾ ਹੈ, ਕਾਂ ਵਾਂਗੂ ਕਉਂ ਕਉਂ ਕਰਦਾ ਰਹਿੰਦਾ, ਇਉਂ ਬਕਵਾਸ ਹੀ ਕਰਦਾ ਰਹਿੰਦਾ ਉਹ ਮੂਰਖ। ਸੰਤਨ ਕੈ ਦੂਖਨ ਸਰਪ ਜੋਨ ਪਾਏ। ਸੰਤਾਂ ਦੇ ਦੂਸ਼ਣ ਕੱਢਣ ਵਾਲਾ ਸੱਪਾਂ ਦੀ ਜੂਨਾਂ 'ਚ ਪਾਇਆ ਜਾਂਦਾ ਹੈ। ਸੱਪ ਨੂੰ ਦੁੱਧ ਪਿਆਈਏ ਫੇਰ ਵੀ ਡੰਗ ਹੀ ਮਾਰਦਾ, ਇਹੋ ਜਿਹਾ ਸੁਭਾਅ ਹੁੰਦਾ ਹੈ ਨਿੰਦਕਾਂ ਦਾ। ਸੰਤ ਕੈ ਦੂਖਨ ਤ੍ਰਿਗਦ ਜੋਨ ਕਿਰਮਾਏ। ਸੰਤਾਂ ਦੇ ਦੂਸ਼ਣ ਕੱਢਣ ਵਾਲਾ ਟੇਢੀਆਂ ਜੂਨਾਂ
ਜਿਹੜੀਆਂ ਢਿੱਡ ਘਸਾ ਕੇ ਚੱਲਣ ਵਾਲੀਆਂ ਕੀੜੇ ਆਦਿਕਾਂ ਨੂੰ ਪ੍ਰਾਪਤ ਹੁੰਦਾ ਹੈ। ਸੰਤਨ ਕੈ ਦੂਖਨ ਤ੍ਰਿਸ਼ਨਾ ਮਹਿ ਜਲੈ। ਭਾਈ ਸੰਤਾਂ ਦੇ ਦੂਸ਼ਣ ਲਾਉਣ ਵਾਲਾ ਤ੍ਰਿਸ਼ਨਾ ਵਾਲੀ ਇੰਨੀ ਭੁੱਖ ਤ੍ਰੇਹ ਲੱਗਦੀ, ਸੜਦਾ ਹੀ ਰਹਿੰਦਾ ਸਾਰਾ ਦਿਨ, ਸ਼ਾਂਤੀ ਆਉਂਦੀ ਕੋਈ ਨਹੀਂ। ਸੰਤ ਕੈ ਦੂਖਨ ਸਭ ਕੋ ਛਲੈ। ਸੰਤਾਂ 'ਚ ਦੂਸ਼ਣ ਕੱਢਣ ਵਾਲਾ ਸਭਨਾਂ ਨਾਲ ਛਲ ਕਰਦਾ, ਕਿਸੇ ਨਾਲ ਭਲਾ ਮਾਨਸ ਹੋ ਕੇ ਨਹੀਂ ਵਰਤਦਾ, ਸਭਨਾਂ ਕਰਕੇ ਛਲਿਆ ਜਾਂਦਾ ਹੈ। ਸੰਤ ਕੈ ਦੂਖਨ ਤੇਜ ਸਭ ਜਾਏ। ਸੰਤਾਂ ਦੇ ਦੂਸ਼ਣ ਲਾਉਣ ਵਾਲਿਆਂ ਦਾ ਤੇਜ ਪ੍ਰਤਾਪ ਸਭ ਚਲਿਆ ਜਾਂਦਾ ਹੈ। ਸੰਤ ਕੈ ਦੂਖਨ ਨੀਚ ਨੀਚਾਏ। ਸੰਤਾਂ ਤੇ ਦੋਸ਼ ਲਾਉਣ ਵਾਲਾ ਨੀਚ ਤੋਂ ਵੀ ਨੀਚ ਹੈ। ਜਿਵੇਂ ਨੀਚ ਕਸਾਈ ਆਦਿਕ ਕੰਮ ਕਰਦੇ ਆ ਪਸ਼ੂਆਂ ਦੇ ਕੱਟਣ ਦਾ, ਉਸ ਤੋਂ ਵੀ ਉਹ ਕਸਾਈ ਹੈ, ਨੀਚ ਹੈ, ਨੀਚ ਤੋਂ ਨੀਚ ਭੈੜਾ ਹੈ। ਸੰਤ ਦੋਖੀ ਕਾ ਥਾਉ ਕੋ ਨਾਹਿ। ਸੰਤਾਂ ਮਹਾਂਪੁਰਖਾਂ ਤੇ ਦੋਸ਼ ਲਾਉਣ ਵਾਲੇ ਲਈ ਲੋਕ ਪਰਲੋਕ ਵਿੱਚ ਕੋਈ ਥਾਂ ਨਹੀਂ ਹੈ। ਨਾਨਕ ਸੰਤ ਭਾਵੈ ਤਾ ਓਇ ਭੀ ਗਤ ਪਾਹਿ। ਸਤਿਗੁਰੂ ਜੀ ਕਹਿੰਦੇ, ਜੇ ਸੰਤਾਂ ਮਹਾਂਪੁਰਖਾਂ ਨੂੰ ਭਾ ਜਾਵੇ, ਉਹ ਜੇ ਬਖਸ਼ਣਾ ਚਾਹੁਣ ਤਾਂ ਉਹ ਨਿੰਦਕ ਵੀ ਮੁਕਤੀ ਪਾ ਸਕਦਾ ਹੈ। ਸੰਤ ਕਾ ਨਿੰਦਕ ਮਹਾ ਅਤਤਾਈ। ਸੰਤਾਂ ਦੀ ਨਿੰਦਿਆ ਕਰਨ ਵਾਲਾ ਮਹਾ ਅਤਤਾਈ, ਜਿਹੜਾ ਅੱਗ ਕਿਸੇ ਨੂੰ ਲਾ ਦੇਵੇ, ਜ਼ਹਿਰ ਦੇ ਦੇਵੇ ਤੇ ਸ਼ਸਤਰਹੀਣ ਨੂੰ ਮਾਰ ਦੇਵੇ, ਧਨ ਕਿਸੇ ਦਾ ਚੁਰਾ ਲਵੇ, ਇਸਤਰੀ ਖੋਹ ਲਵੇ ਕਿਸੇ ਦੀ, ਜ਼ਮੀਨ ਚੁਰਾ ਲਵੇ, ਇਹਨਾਂ 6 ਦੋਸ਼ਾਂ ਵਾਲਾ ਅਤਤਾਈ ਹੈ। ਇਹਨਾਂ ਤੋਂ ਵੀ ਮਹਾ ਅਤਤਾਈ ਹੈ, ਇਹਨਾਂ ਤੋਂ ਵੀ ਭੈੜਾ ਹੈ ਸੰਤ ਕਾ ਨਿੰਦਕ। ਸੰਤ ਕਾ ਨਿੰਦਕ ਖਿਨ ਟੇਕਨ ਨ ਪਾਈ। ਜੋ ਸੰਤਾਂ ਦੀ ਨਿੰਦਿਆ ਕਰਨ ਵਾਲਾ ਹੈ, ਉਹ ਕਿਸੇ ਵੀ ਜਗ੍ਹਾ ਤੇ ਪਦਵੀ ਤੇ ਖਿਨ ਮਾਤਰ ਵੀ ਟਿਕਾ ਨਹੀਂ ਪਾਉਂਦਾ। ਸੰਤ ਕਾ ਨਿੰਦਕ ਮਹਾ ਹਤਿਆਰਾ। ਸੰਤਾਂ ਦੀ ਨਿੰਦਿਆ ਕਰਨ ਵਾਲਾ ਸਾਧ ਸੰਗਤ ਜੀ, ਜੋ ਗਊ ਹੱਤਿਆ ਕਰਨ ਵਾਲਾ ਹੁੰਦਾ ਹੈ, ਲੜਕੀ ਮਾਰਨ ਵਾਲਾ ਹਤਿਆਰਾ ਹੁੰਦਾ ਹੈ, ਲੜਕੀ ਦੇ ਪੈਸੇ ਲੈਣ ਵਾਲਾ ਹਤਿਆਰਾ ਹੁੰਦਾ ਹੈ, ਬ੍ਰਾਹਮਣ ਨੂੰ ਮਾਰਨ ਵਾਲਾ ਹਤਿਆਰਾ ਹੁੰਦਾ ਹੈ, ਅਣਚਾਰੀਆ ਧਨ ਖਾਣ ਵਾਲਾ ਹਤਿਆਰਾ ਹੁੰਦਾ ਹੈ। ਸੰਤਾਂ ਦੀ ਨਿੰਦਿਆ ਕਰਨ ਵਾਲਾ ਇਹਨਾਂ ਤੋਂ ਵੀ ਮਹਾ ਹਤਿਆਰਾ ਪਾਪੀ ਹੈ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਜੋ ਸੰਤਾਂ ਭਗਤਾਂ ਦੀ ਨਿੰਦਿਆ ਕਰਨ ਵਾਲਾ ਹੈ, ਪਰਮੇਸ਼ਰ ਦਾ ਮਾਰਿਆ ਹੋਇਆ ਸਮਝਣਾ ਕਰੋ। ਸੰਤ ਕਾ ਨਿੰਦਕ ਰਾਜ ਤੇ ਹੀਨ। ਜੋ ਸੰਤਾਂ ਦੀ ਨਿੰਦਿਆ ਕਰਨ ਵਾਲਾ ਹੈ, ਉਹ ਰਾਜ ਤੋਂ ਹੀਣਾ ਹੋ ਜਾਂਦਾ ਹੈ। ਜੇ ਰਾਜ ਦਾ ਮਾਲਕ ਹੋਵੇ, ਰਾਜ ਉਹਦਾ ਨਾਸ਼ ਹੋ ਜਾਂਦਾ ਹੈ। ਸੰਤ ਕਾ ਨਿੰਦਕ ਦੁਖੀਆ ਅਰ ਦੀਨ। ਸੰਤਾਂ ਦੀ ਨਿੰਦਿਆ ਕਰਨ ਵਾਲਾ ਦੁਖੀਆ ਹੁੰਦਾ, ਅੰਤਾਂ ਦਾ ਰੋਗ ਕਰਕੇ ਤੇ ਦੀਨ ਅਧੀਨ ਹੋਇਆ ਫਿਰਦਾ, ਹਰੇਕ ਦੇ ਅੱਗੇ ਹੀ। ਸੰਤ ਕੇ ਨਿੰਦਕ ਕੋ ਸਰਬ ਰੋਗ। ਜੋ ਸੰਤਾਂ ਦੀ ਨਿੰਦਿਆ ਕਰਨ ਵਾਲਾ ਹੈ, ਉਸ ਨੂੰ ਇੱਕ ਰੋਗ ਕੀ ਗਿਣੀਏ। ਸਾਰੇ ਰੋਗ ਹੀ ਮਾਨਸਿਕ ਕਾਇਕ ਵਾਇਕ ਸਾਰੇ ਹੀ ਚਿੰਬੜ ਜਾਂਦੇ ਹਨ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਬਣ ਜਾਂਦਾ ਹੈ। ਸੰਤ ਕੇ ਨਿੰਦਕ ਕੋ ਸਦਾ ਬਿਜੋਗ। ਸੰਤਾਂ ਦੀ ਨਿੰਦਿਆ ਕਰਨ ਵਾਲੇ ਦਾ ਸਦਾ ਵਾਹਿਗੁਰੂ ਨਾਲੋਂ ਵਿਛੋੜਾ ਪਿਆ ਰਹਿੰਦਾ, ਸੰਬੰਧੀਆਂ ਨਾਲੋਂ, ਚੰਗੇ ਲੋਕਾਂ ਨਾਲੋਂ ਵਿਛੋੜਾ ਪਿਆ ਰਹਿੰਦਾ ਹੈ। ਸੰਤ ਕੀ ਨਿੰਦਾ ਦੋਖ ਮਹਿ ਦੋਖ। ਸੰਤਾਂ ਦੀ ਨਿੰਦਿਆ ਕਰਨ ਵਾਲਾ ਇੱਕ ਤਾਂ ਦੋਸ਼ੀ ਆਦਮੀ ਹੈ, ਜਿਹਦੇ ਵਿੱਚ ਸ਼ਬਦ, ਸਪਰਸ਼, ਰਸ, ਰੂਪ, ਗੰਧ 5 ਦੋਸ਼ ਹੋਣ। ਇਹਨਾਂ ਦੋਸ਼ਾਂ ਤੋਂ ਵੀ ਵੱਡਾ ਭਾਰੀ ਰੋਗ ਨਿੰਦਿਆ ਕਰਨੀ ਹੈ। ਨਾਨਕ ਸੰਤ ਭਾਵੈ
ता उसका भी होए मोख। ਸਤਿਗੁਰੂ ਸਾਹਿਬ ਜੀ ਕਹਿੰਦੇ, ਜੇ ਮਹਾਰਾਜ ਦੇ ਪਿਆਰਿਆਂ ਨੂੰ ਭਾ ਜਾਵੇ ਤਾਂ ਉਸ ਨਿੰਦਕ ਪੁਰਖ ਦਾ ਵੀ ਮੋਖ ਹੋ ਜਾਂਦਾ ਹੈ, ਉਹ ਵੀ ਮੁਕਤੀ ਨੂੰ ਪਾਉਣਾ ਕਰਦਾ ਹੈ। ਨਿੰਦਕ ਕਾ ਦਾਰੂ ਨਾਹੀ, ਇੱਕੋ ਹੀ ਦਵਾਈ ਹੈ ਨਿੰਦਕ ਦੀ ਕਿ ਜੇ ਮਹਾਂਪੁਰਖ ਬਖਸ਼ ਦੇਣ ਤਾਂ ਬਖਸ਼ਿਆ ਜਾਂਦਾ ਹੈ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤਾਂ ਦੇ ਦੋਸ਼ ਕੱਢਣ ਵਾਲਾ ਸਦਾ ਅਪਵਿੱਤਰ ਹੈ, ਪਲੀਤ ਹੈ, ਭੈੜਾ ਹੈ। ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ, ਜਿਹੜਾ ਮਹਾਂਪੁਰਖਾਂ ਦੇ ਦੋਸ਼ ਕੱਢਣ ਵਾਲਾ ਹੈ ਉਹ ਜਿਸ ਨੂੰ ਮਰਜ਼ੀ ਆਪਣਾ ਮਿੱਤਰ ਸਮਝੇ, ਪਰ ਉਹ ਕਿਸੇ ਦਾ ਮਿੱਤਰ ਦੋਸਤ ਨਹੀਂ ਹੈ। ਸੰਤ ਕੇ ਦੋਖੀ ਕੋ ਡਾਨ ਲਾਗੈ, ਜੋ ਸੰਤਾਂ 'ਚ ਦੋਸ਼ ਕੱਢਣ ਵਾਲਾ ਹੈ ਉਸ ਨੂੰ ਦੰਡ ਲੱਗਦਾ ਹੈ, ਪਿੱਤਰ ਦੰਡ, ਦੇਵ ਦੰਡ ਆਦਿਕ। ਸੰਤ ਕੇ ਦੋਖੀ ਕੋ ਸਭ ਤਿਆਗੈ, ਸੰਤਾਂ 'ਚ ਦੂਸ਼ਣ ਕੱਢਣ ਵਾਲੇ ਨੂੰ ਸਭ ਤਿਆਗ ਦਿੰਦੇ ਹਨ, ਕੋਈ ਮੂੰਹ ਨਹੀਂ ਲਾਉਂਦਾ ਐਸੇ ਪੁਰਖ ਨੂੰ। ਸੰਤ ਕਾ ਨਿੰਦਕ, ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤਾਂ 'ਚ ਦੋਸ਼ ਕੱਢਣ ਵਾਲਾ ਬੜਾ ਭਾਰੀ ਹੰਕਾਰੀ ਹੈ, ਅਭਿਮਾਨੀ ਹੈ। ਸੰਤ ਕਾ ਦੋਖੀ ਸਦਾ ਬਿਕਾਰੀ, ਸੰਤਾਂ 'ਚ ਦੋਸ਼ ਕੱਢਣ ਵਾਲਾ ਕਾਮ, ਕ੍ਰੋਧ ਆਦਿਕ ਵਿਕਾਰਾਂ ਦਾ ਮਾਰਿਆ ਹੋਇਆ ਵਿਕਾਰੀ ਹੈ। ਸੰਤ ਕਾ ਦੋਖੀ ਜਨਮੈ ਮਰੈ, ਸੰਤਾਂ 'ਚ ਦੋਸ਼ ਕੱਢਣ ਵਾਲਾ ਜੰਮਦਾ ਮਰਦਾ ਰਹਿੰਦਾ ਹੈ, ਮੁਕਤ ਨਹੀਂ ਹੋ ਸਕਦਾ। ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤਾਂ ਦੀ ਦੂਸ਼ਣਾ ਕੱਢਣ ਵਾਲਾ ਸੁੱਖ ਤੇ ਟਲ ਜਾਂਦਾ ਹੈ, ਸੁੱਖ ਨਹੀਂ ਉਸ ਦੇ ਪਾਸ ਰਹਿੰਦਾ। ਸੰਤ ਕੇ ਦੋਖੀ ਕੋ ਨਾਹੀ ਠਾਉ, ਜੋ ਸੰਤਾਂ 'ਚ ਦੋਸ਼ ਕੱਢਣ ਵਾਲਾ ਹੈ ਸਤਿਗੁਰੂ ਜੀ ਫਰਮਾਉਂਦੇ ਉਹਨੂੰ ਕੋਈ ਟਿਕਾਣਾ ਨਹੀਂ, ਨਾ ਲੋਕ ਵਿੱਚ ਨਾ ਪਰਲੋਕ ਵਿੱਚ। ਨਾਨਕ ਸੰਤ ਭਾਵੈ ਤਾ ਲਏ ਮਿਲਾਏ, ਪਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੇਕਰ ਨਿੰਦਕ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਤੇ ਜੇਕਰ ਉਹ ਰੱਬ ਦੇ ਪਿਆਰਿਆਂ ਨੂੰ ਭਾ ਜਾਵੇ, ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਸੰਤ ਪਿਆਰੇ ਨੂੰ ਭਾ ਜਾਵੇ, ਮਨ ਨੂੰ ਲੱਗ ਜਾਵੇ, ਉਹਨੂੰ ਵੀ ਪਰਮੇਸ਼ਰ ਨਾਲ ਮੇਲ ਹੀ ਲੈਂਦੇ ਹਨ, ਭਾਵ ਮਿਲਾ ਦਿੰਦੇ ਹਨ। ਤੋ ਇਹ ਸੀ ਸਾਧ ਸੰਗਤ ਜੀ 13ਵੀਂ ਅਸ਼ਟਪਦੀ ਦੀ 4 ਪਦੇ ਤੱਕ ਵਿਚਾਰ। ਬਾਕੀ ਦੇ ਇਸ ਅਸ਼ਟਪਦੀ ਦੇ 4 ਪਦੇ ਜੋ ਹੈ ਉਹ ਅਸੀਂ ਕੱਲ੍ਹ ਨੂੰ ਵਿਚਾਰਾਂਗੇ, ਅਗਰ ਸਤਿਗੁਰੂ ਜੀ ਨੂੰ ਪਾਇਆ ਤਾਂ। ਸੋ ਸਤਿਗੁਰੂ ਦੀ ਬੜੀ ਰਹਿਮਤ ਹੈ, ਮਿਹਰ ਹੈ, ਆਪ ਬੜੀ ਮਿਹਨਤ, ਬੜੀ ਲੇਵ ਸ਼ਿੱਦਤ ਨਾਲ ਸਰਵਣ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਆਪ ਸਰਬੱਤ ਸੰਗਤ ਦਾ, ਬਹੁਤ ਬਹੁਤ ਧੰਨਵਾਦ ਸਤਿਗੁਰੂ ਤਖਤਾਂ 'ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜੋ ਆਪ ਤਰੁੱਟ ਕੇ ਵਿਚਾਰ ਕਰਵਾ ਰਹੇ ਹਨ। ਆਓ 4 ਪਦਿਆਂ ਤੱਕ ਜੋ ਵਿਚਾਰ ਹੋਈ ਹੈ ਇਸ ਦੀਆਂ ਸਮਾਪਤੀ ਵਾਲੀਆਂ 2 ਪੰਕਤੀਆਂ ਅਸੀਂ ਪੜ੍ਹ ਕੇ ਗਾ ਕੇ ਸਰਵਣ ਕਰਨਾ ਕਰੀਏ ਜੀ। ਸੰਤ ਕੇ ਦੋਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾ ਲਏ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।